ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। The news king himself, Sardar Satpal Singh Jol sir ਨਾਲ ਹਾਜ਼ਰ ਨੇ। ਜੌਲ ਸਾਹਿਬ, very good morning ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਰਸ਼, ਬਹੁਤ ਬਹੁਤ ਧੰਨਵਾਦ ਸਾਰੇ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਜੀ। ਬਹੁਤ ਬਹੁਤ ਸਵਾਗਤ ਜੀ ਤੁਹਾਡਾ ਆਪਣੇ ਪ੍ਰੋਗਰਾਮ ਦੇ ਵਿੱਚ। ਸੋ ਸਟੂਡੀਓ ਦਾ ਨੰਬਰ ਜੀ 905 813 1320 905 813 1320। ਆਓ ਫਿਰ ਸਿੱਧਾ ਡੁੱਬੀਏ ਜੀ ਨਿਊਜ਼ ਦੇ ਵੱਲ। ਔਰ ਸਭ ਤੋਂ ਵੱਡੀ ਖਬਰ ਜੋ ਸਾਹਮਣੇ ਆ ਰਹੀ ਹੈ ਕਿ ਬਿਲੀਅਨ ਡਾਲਰ ਦਾ ਸਕੈਮ ਹੋ ਰਿਹਾ ਜੀ ਟਰੱਕਿੰਗ ਇੰਡਸਟਰੀ ਦੇ ਵਿੱਚ। ਇੱਕ ਮੇਨ ਸਟ੍ਰੀਮ ਮੀਡੀਆ ਨੇ ਇਸ ਨੂੰ ਕਵਰ ਕੀਤਾ ਜੀ ਇਨ ਕੈਨੇਡਾ, ਤੇ ਸੁਣਨ ਚ ਆਇਆ ਕਾਫੀ ਕੁਛ ਲੱਭਿਆ ਵੀ ਹੈ ਇਸ ਦੇ ਵਿੱਚ। ਯੈਸ ਅਰਸ਼, ਇਸ ਤਰ੍ਹਾਂ ਦੀ ਜਦੋਂ ਕਿਤੇ ਸਟੋਰੀ ਆਉਂਦੀ ਆ ਨਾ, ਆਮ ਤੌਰ ਤੇ ਜਾਂ ਵੀ ਮੀਡੀਆ ਦੇ ਵਿੱਚ ਗੱਲ ਚੱਲੇ ਵੀ ਆ ਜਿਹੜੀਆਂ ਬੇਈਮਾਨੀਆਂ ਬੜੀ ਸਰਗਰਮੀ ਦੇ ਨਾਲ ਕਮਿਊਨਿਟੀ ਦੇ ਵਿੱਚ ਚੱਲ ਰਹੀਆਂ, ਤੇ ਫਿਰ ਕੁਛ ਜਾਣੀ ਕਿ ਸੱਜਣਾ ਨੂੰ ਤੁਰੰਤ ਫਿਕਰ ਪੈ ਜਾਂਦਾ ਵੀ ਕਮਿਊਨਿਟੀ ਦਾ ਨਾਂ ਬਦਨਾਮ ਕਰਤਾ ਇਹਦੀ ਗੱਲ ਕਰਕੇ ਹੀ। ਹੁਣ ਬੰਦਾ ਪੁੱਛੇ ਵੀ ਕਿਸੇ ਜੇ ਕਮਿਊਨਿਟੀ ਦੇ ਵਿੱਚ ਕੋਈ ਸਮੱਸਿਆ ਆ, ਉਹਦੀ ਗੱਲ ਕਰਨ ਨਾਲ ਕਮਿਊਨਿਟੀ ਬਦਨਾਮ ਹੋ ਜਾਂਦੀ ਆ ਕਿ ਜਾਂ ਉਹ ਬੇਈਮਾਨੀਆਂ ਚੱਲਦੇ ਰਹਿਣ ਦੇ ਨਾਲ ਕਮਿਊਨਿਟੀ ਦਾ ਨਾਂ ਬਹੁਤ ਵਧੀਆ ਬਣਦਾ। ਮਤਲਬ ਕਿਸੇ ਵੀ ਸਮੱਸਿਆ ਦੀ ਗੱਲ ਕਰੀਏ ਤੇ ਉਹਨੂੰ ਹੱਲ ਕਰਨ ਲਈ ਰਾਹ ਖੁੱਲ੍ਹਦਾ, ਨਾ ਕਿ ਕਮਿਊਨਿਟੀ ਦਾ ਨਾਂ ਬਦਨਾਮ ਹੁੰਦਾ। ਤੇ ਜੇ ਹੁਣ ਬੰਦਾ ਪੁੱਛੇ ਵੀ ਜੇ ਚਲੋ ਆਪਣਾ ਮੀਡੀਆ ਗੱਲ ਕਰੇ ਤਾਂ ਸ਼ਿਕਾਇਤ ਕਰਨੀ ਸੌਖੀ ਆ ਵੀ ਕਮਿਊਨਿਟੀ ਦਾ ਨਾਂ ਬਦਨਾਮ ਹੋ ਗਿਆ। ਤੇ ਹੁਣ ਆਹ ਜਿਹੜਾ ਮੇਨ ਸਟ੍ਰੀਮ ਮੀਡੀਆ ਟੋਰਾਂਟੋ ਸਟਾਰ ਨੇ 4 ਸਫ਼ਿਆਂ ਦੀ ਰਿਪੋਰਟ ਲਾਈ ਆ ਫਰੰਟ ਪੇਜ ਤੇ ਸ਼ੁਰੂ ਕਰਕੇ, ਉਹਨਾਂ ਨੂੰ ਕੌਣ ਕਹਿਣ ਜਾਊਗਾ ਵੀ ਕਮਿਊਨਿਟੀ ਦਾ ਨਾਂ ਬਦਨਾਮ ਕਰਤਾ। ਔਰ ਜਿੰਨਿਆਂ ਦੀ ਇਹਦੇ ਵਿੱਚ ਗੱਲ ਆ, ਕੰਪਨੀਆਂ ਦੀ, ਵਰਕਰਸ ਦੀ, ਸਭ ਕੁਛ ਦੀ, ਮਤਲਬ ਕਿ ਇੰਪਲੋਇਰ ਵੀ ਸਾਰੇ ਪੰਜਾਬੀ, ਇੰਪਲੋਈ ਵਰਕਰ ਵੀ ਸਾਰੇ ਪੰਜਾਬੀ। ਹੁਣ ਬੰਦਾ ਪੁੱਛੇ ਵੀ ਟੋਰਾਂਟੋ 'ਚ, GTA 'ਚ, ਕਨੇਡਾ 'ਚ ਇਕੱਲੀ ਪੰਜਾਬੀ ਕਮਿਊਨਿਟੀ ਆ ਟਰੱਕਿੰਗ ਦੇ ਵਿੱਚ। ਸੋ ਤਦ ਕਰਕੇ ਇਹ ਆ ਵੀ ਥੋੜ੍ਹਾ ਇਹ ਜਾਣੀ ਮੱਥੇ ਤੇ ਹੱਥ ਰੱਖ ਕੇ ਸੋਚਣ ਦਾ ਵੇਲਾ ਇਹ ਜੋ ਇਸ ਵੇਲੇ ਸਿਚੁਏਸ਼ਨ ਬਣੀ ਆ। ਕਿਉਂਕਿ ਜਦੋਂ ਤੋਂ ਘਰਾਂ ਦੇ ਅੱਗੇ ਰੋਸ ਦਿਖਾਵੇ ਹੋਣੇ ਸ਼ੁਰੂ ਹੋਏ ਸੀ ਅਰਸ਼, ਉਦੋਂ ਤੋਂ ਹੀ ਮੱਥਾ ਠਣਕਿਆ ਸੀ ਵੀ ਇਹ ਹੁੰਡ ਭਾਂਡਾ ਭੱਜ ਚੁੱਕਾ ਤੇ ਮਗਰਮੱਛਾਂ ਨੂੰ ਪੱਥਰ ਚੱਟ ਕੇ ਹੁਣ ਜਾਂ ਪੱਥਰ ਦੇ ਵਿੱਚ ਟੱਕਰ ਮਾਰ ਕੇ ਵਾਪਸ ਜਿਹੜਾ ਮੁੜਨਾ ਪੈ ਰਿਹਾ ਜੀ। ਇਹ ਬਿਲੀਅਨਸ ਡਾਲਰ ਦਾ ਸਕੈਮ ਜਿਹੜਾ ਮਤਲਬ ਉਹਨਾਂ ਨੇ ਨਾਂ ਦਿੱਤਾ, ਇਹ ਨਿਗਾ ਵੀ ਕੋਈ ਇੱਕ ਬੰਦਾ ਕਰ ਗਿਆ ਜਾਂ ਇੱਕ ਕੰਪਨੀ ਕਰ ਗਈ, ਜਾਣੀ ਕਿ ਕਈ ਸਾਰੀਆਂ ਸੈਂਕੜੇ ਕੰਪਨੀਆਂ ਦੇ ਜ਼ਿਕਰ ਆ, ਇੰਨਾ ਵਿਸਥਾਰ ਆ ਇਹ ਟੋਰਾਂਟੋ ਸਟਾਰ ਦੀ ਸਟੋਰੀ ਦੇ ਵਿੱਚ। ਜਾਣੀ ਕਿ ਮੇਨਲੀ ਇਹਨਾਂ ਨੇ ਉਹ ਵੇਜ ਥੈਫਟ ਜਿਹਦਾ ਕਿ ਡੈਮੋਨਸਟ੍ਰੇਸ਼ਨ ਘਰਾਂ ਦੇ ਬਾਹਰ ਹੋਣ ਲੱਗ ਪਏ ਸੀਗੇ, ਉਹਦੇ ਵਿੱਚ ਜਾਣੀ ਕਿ ਇੰਪਲੋਈ ਜਾਂ ਵਰਕਰ ਵੀ ਸਾਰੇ ਪੰਜਾਬੀ, ਤੇ ਜਿਹਨਾਂ ਦੇ ਘਰਾਂ ਅੱਗੇ ਡੈਮੋਨਸਟ੍ਰੇਸ਼ਨ ਉਹ ਵੀ ਸਾਰੇ ਪੰਜਾਬੀ ਰਹਿੰਦੀਆਂ, ਤੇ ਹੋਰ ਵੀ ਬੜੀਆਂ ਕਮਿਊਨਿਟੀਆਂ ਆ। ਹੁਣ ਤੱਥਾਂ ਦੇ ਨਾਲ ਜਾਣੀ ਕਿ ਉਹਨਾਂ ਨੇ ਸਮਝਾਇਆ, ਦੱਸਿਆ ਕਿ ਕਿੰਨੇ ਕੇਸ ਜਿਹੜੇ ਵੇਜ ਥੈਫਟ ਦੇ ਕੈਨੇਡਾ ਦੀਆਂ ਓਨਟਾਰੀਓ ਦੀਆਂ ਅਦਾਲਤਾਂ ਦੇ ਵਿੱਚ ਪਿਛਲੇ ਕੁਛ ਸਾਲਾਂ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਗਏ ਆ। ਇਹਦੇ ਨਾਲ ਹੀ ਫਿਰ ਜਾਣੀ ਕਿ ਇੱਕ ਤਾਂ ਆਪਾਂ ਕਈ ਵਾਰੀ ਸ਼ੈਤਾਨ ਚਤਰ ਹੁੰਦੇ ਆ, ਨਾਲ ਫਿਰ ਧੌਣ ਦੇ ਵਿੱਚ ਕਿੱਲਾ ਇੰਨਾ ਸਖਤੀ ਨਾਲ ਗੱਡਦੇ ਆ ਵੀ ਉਹ ਆਪਣੇ ਗਲਤ ਮਤਲਬ ਜੇ ਦੋਸ਼ ਲੱਗਣ ਤੇ ਉਹਨੂੰ ਗਾਂ ਕਾਊਂਟਰ ਕਰਨ ਲਈ ਅਗਲੇ ਤੇ ਹੀ ਆਪਣਾ ਕਲੇਮ ਪਾਉਣੇ ਆ ਵੀ ਮੈਂ ਠੀਕ ਹੈ ਤੂੰ ਗਲਤ ਹੈ ਜੀ। ਇਹ ਕਾਊਂਟਰ ਕਲੇਮ ਦਾ ਇੱਕ ਦੂਜੇ ਤੇ ਮੁਕੱਦਮੇ ਦਰਜ ਕਰਾਉਣ ਦਾ ਪੰਜਾਬ 'ਚ ਵੀ ਬੜਾ ਕਲਚਰ ਵਧਿਆ, ਭਾਰਤ ਵਿੱਚ ਵੀ ਵੈਸੇ ਵੀ ਜੇ ਕਿਤੇ ਕਟਾਪਾ ਹੋ ਜਾਏ। ਉਹ ਕੱਲ ਇੱਕ ਨਾ ਉੱਥੋਂ ਵੀਡੀਓ ਆਈ ਅਰਸ਼, ਇੱਕ ਬੀਬੀ ਆਪਣੇ ਗੇਟ ਦੇ ਮੂਹਰਿਓਂ ਕੂੜਾ ਦੂਜੇ ਗਲੀ ਦੇ ਦੂਜੇ ਪਾਸੇ ਨੂੰ ਹੁੰਦੀ ਜਾਂਦੀ ਆ, ਉਹ ਦੂਜੇ ਪਾਸਿਓਂ ਬੀਬੀਆਂ ਨਿਕਲੀਆਂ ਤੇ ਉਹਨਾਂ ਨੇ ਉਹ ਦੁਬਾਰਾ ਫੇਰ ਉਹਨਾਂ ਦੇ ਗੇਟ ਵੱਲ ਨੂੰ ਸੁੱਟਣਾ ਸ਼ੁਰੂ ਕਰਤਾ। ਇਹਨੇ ਨੂੰ ਫਿਰ ਜਿਹੜੀ ਪਹਿਲੇ ਗੇਟ ਵਾਲੀ ਬੀਬੀ ਆ ਉਹ ਜਾਣੀ ਦੂਜੇ ਗੇਟ ਵਾਲੀ ਬੀਬੀ ਦੇ ਆ ਕੇ ਉਹ ਕੁੱਟਣਾ ਸ਼ੁਰੂ ਕਰ ਦਿੰਦੀ ਡੰਡਿਆਂ ਨਾਲ। ਉਹ ਕੁੱਟ ਕਟਾਪੇ ਦੇ ਵਿੱਚ ਜਾਣੀ ਫਿਰ ਘਰ ਦੇ ਬੰਦੇ ਵੀ ਹੋ ਜਾਂਦੇ ਸ਼ਾਮਲ, ਤੇ ਕਈ ਉਹਦੇ ਵਿੱਚ ਜਾਣੀ ਕਿ ਗਾਂ ਕੇਸ ਤੇ ਇੱਕ ਦੂਜੇ ਤੇ ਜਾ ਕੇ ਕੇਸ ਕਰਾਇਆ, ਕਾਊਂਟਰ ਕਲੇਮ। ਹਾਂਜੀ। ਸੋ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਵਰਕਰਸ ਇਹ ਡੈਮੋਨਸਟ੍ਰੇਸ਼ਨ ਵੀ ਕਰਦੇ ਆ, ਬਜਾਏ ਇਹਦੇ ਕਿ ਗਲਤੀ ਦਾ ਅਹਿਸਾਸ ਕਰਕੇ ਜੇ ਹੋਵੇ ਤਾਂ ਵੀ ਉਹਨਾਂ ਦਾ ਹੱਕ ਦੇ ਦਿੱਤਾ ਜਾਵੇ, ਉਹਨਾਂ ਨੂੰ ਅਦਾਲਤਾਂ ਦੇ ਵਿੱਚ ਲਿਜਾਇਆ ਜਾ ਰਿਹਾ ਤੇ ਅਦਾਲਤਾਂ ਦੇ ਵਿੱਚੋਂ ਜਿਹੜੇ ਕੇਸ ਡਿਸਾਈਡ ਹੋ ਰਹੇ ਆ ਜਾਣੀ ਵੱਡੀ ਮੈਜੋਰਿਟੀ ਦੇ ਵਿੱਚ ਉਹ ਵਰਕਰਸ ਦੇ ਹੱਕ ਵਿੱਚ ਜਾ ਰਹੇ ਆ।
ਹੱਕ ਵਿੱਚ ਜਾਣ ਦਾ ਕਾਰਨ ਆਪਾਂ ਅੱਗੇ ਵੀ ਸਮਝਾ ਚੁੱਕੇ ਹਾਂ ਇਸੇ ਪ੍ਰੋਗਰਾਮ ਦੇ ਵਿੱਚ ਵੀ ਇਹ ਇੰਪਲੋਇਮੈਂਟ ਸਟੈਂਡਰਡ ਐਕਟ ਦੇ ਮੁਤਾਬਕ ਵੀ ਤੇ CRA ਦੇ ਰੈਗੂਲੇਸ਼ਨਸ ਦੇ ਮੁਤਾਬਕ ਵੀ ਇਹੀ ਆ ਵੀ ਜ਼ਿੰਮੇਵਾਰੀ ਇੰਪਲੋਇਰ ਦੀ ਆ ਵੀ ਆਪਣਾ ਪੇਪਰ ਵਰਕ ਠੀਕ ਰੱਖੇ ਜੀ। ਹੁਣ ਜਿਨ੍ਹਾਂ ਦੇ ਫਰਜ਼ ਕੀਤਾ ਵੀ ਜੇ ਧੌਣ ਵਿੱਚ ਕਿੱਲਾ ਆ ਤੇ ਉਹਨਾਂ ਦਾ ਕੀ ਕਹਿਣਾ? ਵੀ CRA ਨੇ ਤੇ ਕਦੀ ਸ਼ਿਕਾਇਤ ਹੀ ਨਹੀਂ ਕੀਤੀ, ਜਦੋਂ ਅਸੀਂ ਫਾਈਲ ਕਰਦੇ ਹਾਂ ਐਕਸੈਪਟ ਕਰ ਲੈਂਦੇ ਆ ਤੇ ਮੀਨਸ ਵੀ ਅਸੀਂ ਜੋ ਕੁਝ ਕਰ ਰਹੇ ਹਾਂ ਸਭ ਕੁਝ ਠੀਕ ਆ। ਏਦਾਂ ਨਹੀਂ ਆ, CRA ਐਕਸੈਪਟ ਕਰ ਲੈਂਦੇ ਆ ਟਰਸਟ ਬੇਸ ਤੇ ਵੀ ਜੋ ਤੁਸੀਂ ਫਾਈਲ ਕੀਤਾ ਠੀਕ ਹੈ ਹੋਣਾ, ਪਰ ਜੇ ਆਡਿਟ ਹੋ ਜੇ ਉਹ ਨਹੀਂ ਠੀਕ ਸੀ ਤੇ ਫਿਰ ਆ ਜਾਂਦੇ ਆ ਉਹ ਵਾਪਸ। ਬਿਲਕੁਲ ਹਨਾ। ਇਸ ਕਰਕੇ ਵੀ ਇਹ ਜ਼ਿੰਮੇਵਾਰੀ ਆਪਾਂ ਅੱਗੇ ਵੀ ਪ੍ਰੋਗਰਾਮ 'ਚ ਦੱਸਿਆ ਸੀ ਵੀ ਇੰਪਲੋਇਰ ਦੀ ਆ ਕਿ ਉਹ ਜਿਹੜੇ ਵੀ ਇੰਪਲੋਈ ਹਾਇਰ ਕੀਤੇ ਜਾਂਦੇ ਆ, ਜਿਹੜੇ ਕੰਟਰੈਕਟਰ ਹਾਇਰ ਕੀਤੇ ਜਾਂਦੇ ਆ ਵੀ ਉਹ ਅਕੋਰਡਿੰਗ ਟੂ ਰੂਲਸ ਮਤਲਬ ਪ੍ਰੋਪਰਲੀ ਫੋਲੋ ਕਰਕੇ ਜਿਹੜੇ ਆ ਉਹ ਕੰਮ ਤੇ ਰੱਖੇ ਜਾਣ, ਨਾ ਕਿ ਵੀ ਮਨਮਰਜ਼ੀਆਂ ਕੀਤੀਆਂ ਜਾਣ। ਇਹਦੇ ਵਿੱਚ ਕਿ ਜਾਣੀ ਕਿ ਇਹ ਆਮ ਦੇਖਿਆ ਗਿਆ ਇਸ ਰਿਪੋਰਟ ਦੇ ਮੁਤਾਬਕ ਵੀ ਇੱਥੇ ਕੰਪਨੀਜ਼ ਦੇ ਵਿੱਚ ਟਰੱਕਿੰਗ ਦੇ ਵਿੱਚ ਮਿਸ ਕਲਾਸੀਫਾਈਂਗ ਜਿਹੜੀ ਵਰਕਰਸ ਦਾ ਇੱਕ ਕਲਚਰ ਹੀ ਚੱਲ ਪਿਆ ਸੀਗਾ ਵੀ ਤੂੰ ਜੀ ਉਹ ਆਪਣੀ ਕੰਪਨੀ ਬਣਾ ਲਾ ਤੇ ਤੈਨੂੰ ਰੱਖ ਲੈਂਦੇ ਆ, ਆਪਣੀ ਕੰਪਨੀ ਬਣਾ ਲਾ ਰੱਖ ਲੈਂਦੇ ਆ, ਮਤਲਬ ਇੰਪਲੋਈ ਤਾਂ ਰਿਹਾ ਹੀ ਨਾ। ਉਹਦੇ ਨਾਲ ਕੀ ਆ ਵੀ ਇਹ ਲੇਬਰ ਲਾਜ਼ ਦੀ ਜਿਹੜੀ ਵਾਇਓਲੇਸ਼ਨ, ਤਾਂ ਕਿ ਵੀ ਜਾਣੇ ਇਹ ਬੈਨੀਫਿਟਸ ਜਿਹੜੇ ਵਰਕਰ ਨੂੰ ਇੰਪਲੋਈ ਨੂੰ ਦੇਣੇ ਪੈਣੇ ਆ ਜਾਂ ਫਿਰ ਜਿਹੜੇ ਟੈਕਸਿਸ ਦੇਣੇ ਪੈਣੇ ਆ ਉਹਨਾਂ ਦਾ ਬਚਾਅ ਹੋ ਸਕੇ। ਇਹਦੇ ਵਿੱਚ ਆਪਾਂ ਕੱਲ ਵੀ ਡੀਟੇਲ ਦੇ ਵਿੱਚ ਐਕਸਪਲੇਨ ਕੀਤਾ ਸੀਗਾ ਵੀ ਦੋਨੇ ਤਰ੍ਹਾਂ ਬਰਾਬਰ ਦੀ ਸ਼ਮੂਲੀਅਤ ਹੁੰਦੀ ਆ ਜੀ। ਜਿਹੜਾ ਕੰਟਰੈਕਟਰ ਵਰਕਰ ਬਣਦਾ ਐਲੀਜੀਬਲ, ਜੇ ਉਹ ਨਹੀਂ ਵੀ ਆ ਫੇਰ ਵੀ ਉਹ ਬਣਦਾ, ਚੁੱਪ ਰਹਿੰਦਾ, ਮਤਲਬ ਉਹ ਤੋਂ CRA ਤੋਂ ਕਲੇਮ ਵੀ ਲਈ ਜਾਂਦਾ, ਮੀਨਸ ਵੀ ਉਹਦਾ ਬਰਾਬਰ ਦਾ ਉਹਦੇ ਵਿੱਚ ਹੱਥ ਹੈ। ਬਾਅਦ ਦੇ ਵਿੱਚ ਚਲੋ ਭਾਵੇਂ ਪੱਲਾ ਝਾੜ ਦਿੰਦੇ, ਮੈਨੂੰ ਪਤਾ ਨਹੀਂ ਸੀ। ਹੁਣ ਇਹਨਾਂ ਨੇ ਗ੍ਰਾਫ ਬਣਾ ਕੇ ਰਿਪੋਰਟ ਦੇ ਵਿੱਚ ਦੱਸਿਆ ਵੀ ਕਿਸੇ ਕੰਪਨੀ ਕੋਲ ਅਰਸ਼ ਹੋਣ 70 ਟਰੱਕ ਤੇ ਜੇ ਉਹਨਾਂ ਦਾ WSIB ਕੋਲ ਚੈੱਕ ਕੀਤਾ ਜਾਵੇ ਵੀ ਕਿੰਨੇ EMPLOYE ਆ ਇਹਨਾਂ ਦੇ ਤੇ 20 EMPLOYE ਆ ਜੀ। 70 ਟਰੱਕ ਆ ਤੇ 20 EMPLOYE ਆ ਜੀ, 20 ਡਰਾਈਵਰ ਆ ਜੀ। ਹੁਣ 70 ਟਰੱਕਾਂ ਨੂੰ 20 EMPLOYE ਕਿੱਦਾਂ ਚਲਾ ਰਹੇ ਆ ਡਰਾਈਵਰ ਆ ਜਿਹੜੇ? ਜਾਂ ਫਿਰ ਜੇ ਫਰਜ਼ ਕਰੋ ਕਿ ਜਾਨੀ ਐਕਸੀਡੈਂਟ ਹੋ ਰਿਹਾ ਜਾਂ ਕਹਿ ਲਓ ਟੱਕਰ ਹੋ ਰਹੀ ਆ, ਐਕਸੀਡੈਂਟ ਤਾਂ ਚਲੋ ਕੀ ਹੋਣਾ ਆਪਾਂ ਨੂੰ ਪਤਾ ਹੀ ਆ। ਐਕਸੀਡੈਂਟ ਵੀ ਜੇ ਮੰਨ ਲਿਆ ਜਾਵੇ ਵੀ 50 ਤੇ ਆ ਸਾਡਾ ਲੱਕ ਫੜ ਕੇ ਬਹਿ ਜਾਂਦੇ ਆ, ਧੌਣ ਫੜ ਲਈਦੀ ਆ, ਤੇ ਟਰੱਕ ਦਾ ਐਕਸੀਡੈਂਟ ਹੋਵੇ ਤੇ WSIB ਕੋਲ ਕੋਈ ਕਲੇਮ ਨਹੀਂ ਜਾਂਦਾ, ਜ਼ੀਰੋ ਕਲੇਮ। 50 ਐਕਸੀਡੈਂਟ ਤੇ ਜ਼ੀਰੋ ਕਲੇਮ WSIB ਕੋਲ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ EMPLOYE ਹੈ। ਅੱਛਾ, ਜੇ ਹੁਣ EMPLOYE ਨਹੀਂ ਪਤਾ WSIB ਨਹੀਂ ਮਿਲਣੀ ਤੇ ਫਿਰ ਐਕਸੀਡੈਂਟ ਤੋਂ ਬਾਅਦ ਧੌਣ ਵੀ ਠੀਕ ਰਹਿੰਦੀ ਆ, ਗੋਡੇ ਵੀ ਠੀਕ ਰਹਿੰਦੇ ਆ, ਲੱਕ ਵੀ ਠੀਕ ਰਹਿੰਦਾ, ਕੁਛ ਵੀ ਨਹੀਂ ਹੁੰਦਾ। ਉਹ ਜਦੋਂ ਪੰਜਾਬ 'ਚ ਵੱਡੇ ਤੋਂ ਵੱਡਾ ਐਕਸੀਡੈਂਟ ਹੋਵੇ ਤੇ ਆਪਾਂ ਕੱਪੜੇ ਝਾੜ ਕੇ ਘਰ ਨੂੰ ਤੁਰੇ ਹੀ ਪੈਂਦੇ ਆ ਜੀ। ਬਿਲਕੁਲ। ਇੱਥੇ ਮਾੜਾ ਜਿਹਾ ਝਟਕਾ ਲੱਗਾ ਨਹੀਂ ਤੇ ਸਾਰੀ ਉਮਰ ਲਈ ਧੌਣ, ਲੱਕ, ਗੋਡੇ ਗਏ ਨਹੀਂ। ਸੋ ਇਸ ਕਰਕੇ ਲੇਕਿਨ ਕਿ ਇਸ ਰਿਪੋਰਟ ਦੇ ਵਿੱਚ ਟੋਰਾਂਟੋ ਸਟਾਰ ਨੇ ਜਾਨੀ ਕੁਛ ਇੱਕ ਐਸੀਆਂ ਰਿਕਾਰਡਿੰਗਸ ਵੀ ਉਹ ਡਰਾਈਵਰਸ ਨੇ ਇਹਨਾਂ ਨੂੰ ਦਿੱਤੀਆਂ, ਵਰਕਰਸ ਨੇ, ਜਿਹਦੇ ਵਿੱਚ ਕਿ ਕੰਪਨੀ ਦੇ ਮਾਲਕ ਜਾਨੀ ਕਿ ਅਬਿਊਸਿਵ ਲੈਂਗੁਏਜ ਦੇ ਵਿੱਚ ਬੁਲੀ ਕਰ ਰਹੇ ਅੰਦਾਜ਼ ਦੇ ਵਿੱਚ ਵੀ ਜਾ ਜੋ ਕਰਨਾ ਕਰ ਲਾ, ਏਦਾਂ ਦੀ ਲੈਂਗੁਏਜ ਮਤਲਬ ਕੰਪਨੀਆਂ ਦੇ ਮਾਲਕਾਂ ਦੀ, ਉਹ ਵੀ ਪੰਜਾਬੀ, ਮਤਲਬ ਪੰਜਾਬੀ ਵਰਕਰ, ਪੰਜਾਬੀ ਜੀ ਕੰਪਨੀ ਦਾ ਮਾਲਕ ਤੇ ਦੇਸ਼ ਕੈਨੇਡਾ, ਜੇਬ 'ਚ ਸ਼ਾਇਦ ਕੈਨੇਡੀਅਨ ਪਾਸਪੋਰਟ ਹੋਵੇ ਕਿਸੇ ਦੇ। ਸੋ ਇਸ ਕਰਕੇ ਆਪਾਂ ਪਿਛਲੇ ਮਹੀਨਿਆਂ ਤੋਂ ਲਗਾਤਾਰਤਾ ਦੇ ਨਾਲ GoFundMe ਤੇ ਵੀ ਜਾ ਕੇ ਚੈੱਕ ਕਰ ਲਓ, ਰੋਇਆ ਜਾ ਰਿਹਾ ਵੀ ਸਾਡੇ ਡਰਾਈਵਰ ਬਹੁਤ ਮਰ ਰਹੇ ਸੜਕਾਂ ਤੇ, ਮਤਲਬ ਕਿ ਟਰੱਕਾਂ ਦੀਆਂ ਕੋਲਿਜਨਸ ਆ ਜਿਹੜੀਆਂ ਸਾਡੀ ਕਮਿਊਨਿਟੀ ਦੇ ਵਿੱਚ ਸਿਖਰਾਂ ਤੇ ਹੈਗੀਆਂ। ਪਰ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦਾ ਰੈਕਰਡ ਇਸ ਰਿਪੋਰਟ 'ਚ ਉਹਨਾਂ ਨੇ ਦਿਖਾਇਆ ਹਰਸ਼ ਜੀ। ਉਹ ਕਹਿ ਰਹੇ ਆ ਵੀ 2019 ਤੋਂ ਬਾਅਦ ਐਕਸੀਡੈਂਟ ਬਹੁਤ ਘਟ ਰਹੇ ਆ ਸਾਡੀ ਪ੍ਰੋਵਿੰਸ ਦੇ ਵਿੱਚ, ਮਤਲਬ ਸਾਡੇ ਡਰਾਈਵਰ ਸੜਕਾਂ ਤੇ ਮਰ ਰਹੇ ਆ। ਮਿਨਿਸਟਰੀ ਕਹਿ ਰਹੀ ਵੀ ਸਾਡੇ ਕੋਲ ਤਾਂ ਐਕਸੀਡੈਂਟ ਹੈ ਨਹੀਂ ਗੇ ਕਿਉਂਕਿ ਰਿਪੋਰਟ ਹੀ ਨਹੀਂ ਹੁੰਦੀ, ਰਿਪੋਰਟ ਨਹੀਂ ਕਲੇਮ ਹੋ ਰਹੇ। ਬਿਲਕੁਲ 2019 ਤੋਂ ਬਾਅਦ ਮਤਲਬ ਜੇ 22,000 ਐਕਸੀਡੈਂਟ ਮਿਨਿਸਟਰੀ ਕੋਲ ਰਿਪੋਰਟ ਹੁੰਦਾ ਸੀ ਸਾਲ ਦੇ ਵਿੱਚ ਤੇ ਉਹ ਘਟ ਕੇ ਇਸ ਵੇਲੇ ਅੱਧਾ ਰਹਿ ਚੁੱਕਾ, 10,000 ਤੋਂ ਵੀ ਘੱਟ ਆ ਚੁੱਕੇ ਜੀ। ਐਕਸੀਡੈਂਟ ਅੱਧੇ ਰਹਿ ਗਏ ਆ ਤੇ ਜਾਨਾਂ ਸਾਡੀਆਂ ਕਿੰਨੀਆਂ ਵੱਧ ਜਾ ਰਹੀਆਂ ਟਰੱਕਾਂ ਦੇ ਡਰਾਈਵਰਾਂ ਦੀਆਂ। ਉਧਰ ਮਤਲਬ ਕਿ ਇਸ ਤਰੀਕੇ ਦੇ ਨਾਲ ਇਹ ਜਿਹੜੀ ਰਿਪੋਰਟ ਆ ਨਾ, ਇੱਕ ਬੜੀ ਆਈ ਓਪਨਿੰਗ ਰਿਪੋਰਟ ਹੈਗੀ ਆ ਤੇ ਲੱਗਦਾ ਵੀ ਜਿਹੜੀਆਂ ਇਹ ਧਾਂਦਲੀਆਂ ਚੱਲ ਰਹੀਆਂ ਸੀਗੀਆਂ ਕੁੰਭਾਂ ਵਾਂਗੂ ਉੱਗੀਆਂ ਕੰਪਨੀਆਂ ਕਰਕੇ ਵੀ
ਵੀ ਇਹ ਧਾਂਦਲੀਆਂ ਦੇ ਪਰਦੇ ਜਿਹੜੇ ਆ ਜੀ ਵੀ ਬਹੁਤ ਹਾਈ ਲੈਵਲ ਤੱਕ ਹੁਣ ਫਾਸ਼ ਹੋ ਚੁੱਕੇ ਆ। ਹੌਲੀ ਹੌਲੀ ਜਿੱਦਾਂ ਵੀ ਹੁਣ ਮਗਰਮੱਛ ਨੇ ਪੱਥਰ ਚੱਟ ਕੇ ਜਾਂ ਪੱਥਰ 'ਚ ਸਿਰ ਮਾਰ ਕੇ ਮਤਲਬ ਵਾਪਸ ਮੁੜਨ ਵਾਲੀ ਗੱਲ ਆ, ਉੱਦਾਂ ਆਪਣੇ ਆਪ ਤੋਂ ਮੁੜਨਾ ਕੀ ਸੀਗਾ। ਪਰ ਲੇਕਿਨ ਕਿ ਇਹ ਇੱਕ ਸਪਸ਼ਟ ਸ਼ੀਸ਼ਾ, ਇਹ ਰਿਪੋਰਟ ਸ਼ੀਸ਼ਾ ਦਿਖਾ ਰਹੀ ਆ ਕਮਿਊਨਿਟੀ ਨੂੰ ਵੀ ਆਪਾਂ ਕਿਹੜੇ ਕੰਮ ਤੁਰੇ ਸੀ ਤੇ ਕਿਹੜੇ ਕਰ ਰਹੇ, ਅੜੀਆਂ ਦੇ ਨਾਲੋਂ ਵੀ ਕਰ ਰਹੇ ਗਲਤ ਕੰਮ, ਅੜ ਕੇ ਵੀ ਹਾਂਜੀ ਅਸੀਂ ਠੀਕ ਕਰ ਰਹੇ ਹਾਂ ਜੀ। ਇਹ ਰਿਫਲੈਕਟ ਕਰ ਰਹੀ ਆ ਰਿਪੋਰਟ ਵੀ ਅਸੀਂ ਕਾਨੂੰਨ ਦੇ ਵਿੱਚ ਗਲਤ ਵੀ ਆ, ਤਾਂ ਵੀ ਜਾਣੀ ਕਿ ਆਪਣੇ ਆਪ ਨੂੰ ਕਹਿ ਰਹੇ ਆ ਵੀ ਅਸੀਂ ਠੀਕ ਆ, ਤੇ ਕਾਨੂੰਨੀਆਂ ਲੜਾਈਆਂ ਗਾਂ ਤੋਂ ਗਾਂ ਲੜੀ ਜਾਂਦੇ ਆ, ਤੇ ਕੋਰਟ ਜੇ ਸਾਡੇ ਅਗੇਂਸਟ ਵੀ ਜੱਜਮੈਂਟ ਦੇ ਦੇਵੇ ਅਸੀਂ ਫਿਰ ਵੀ ਪੈਸੇ ਨਹੀਂ ਦਿੰਦੇ, ਉਹਨੂੰ ਆਰਡਰ ਨੂੰ ਆਨਰ ਨਹੀਂ ਕਰਦੇ ਜੀ। ਸੋ ਇਸ ਤਰ੍ਹਾਂ ਦਾ ਜੇ ਕਿਰਦਾਰ ਲੈ ਕੇ ਭਾਈ ਆਪਾਂ ਕੈਨੇਡਾ ਦੇ ਵਿੱਚ ਆਏ ਬੈਠੇ ਆ ਵੀ ਸਾਨੂੰ ਬੈਟਰ ਲਾਈਫ ਚਾਹੀਦੀ ਆ। ਆਈ ਡੋਂਟ ਨੋ ਵੀ ਇਹ ਬੈਟਰ ਲਾਈਫ ਕਿੱਦਾਂ ਦੀ ਆ, ਪਰ ਦੂਸਰੇ ਪਾਸੇ ਇਹ ਆ ਜੀ ਵੀ ਇਹ ਲੰਬੇ ਸਮੇਂ ਤੋਂ ਬਾਅਦ ਕਾਫੀ ਉਹਨਾਂ ਨੇ ਰੀਸਰਚ ਤੋਂ ਬਾਅਦ ਜਿਹੜਾ ਸ਼ੀਸ਼ਾ ਆ ਕਮਿਊਨਿਟੀ ਨੂੰ, ਬਾਕੀ ਦੇਸ਼ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਸਾਡਾ ਜਿਹੜਾ ਇਹ ਕਿਰਦਾਰ ਆ ਇਹਦੇ ਵਿੱਚ ਕਿਤੇ ਨਾ ਕਿਤੇ ਐਡਜਸਟਮੈਂਟ ਸੁਧਾਰ ਦੀ ਲੋੜ ਹੈਗੀ ਜ਼ਰੂਰ ਜੀ। ਜੌਲ ਸਾਹਿਬ, ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਜੀ। ਤੋਂ ਜੋ ਅਸੀਂ ਇਸ ਚੀਜ਼ ਨਾਲ ਲੜ ਵੀ ਰਹੇ ਹਾਂ ਐਂਡ ਲੜ ਵੀ ਉਸ ਆਪਾਂ ਉੱਥੇ ਪਹੁੰਚ ਹੀ ਚੁੱਕੇ ਹਾਂ ਜੀ ਕਿ ਇਸ ਨੂੰ ਬੰਦ ਕੀਤਾ ਜਾਵੇ ਜਾਂ ਸਹੀ ਰਸਤੇ ਪਾਇਆ ਜਾਵੇ। LMIA ਹਾਲੇ ਵੀ ਕੋਵਿਡ ਦੇ ਵਿੱਚ ਸਕਾਈ ਰੌਕਟ ਨੰਬਰ ਸਾਹਮਣੇ ਆ ਰਹੇ ਨੇ ਜੋ ਲੋਕ ਦੇ ਰਹੇ ਨੇ ਕੋਵਿਡ ਪੈਂਡੈਮਿਕ ਦੇ ਵਿੱਚ। ਹੁਣ ਤੁਸੀਂ ਦੇਖੋ ਲੋਕਡਾਊਨ ਲੱਗਾ ਹੋਵੇ ਤੇ ਪਰ LMIA ਜਾਣੀ ਕਿ ਵਰਕਰ ਸਾਨੂੰ ਬਹੁਤ ਚਾਹੀਦੇ ਆ, ਉਹ ਐਪਲੀਕੇਸ਼ਨ ਦਾ ਰੈਕਡ ਦੱਸ ਰਿਹਾ ਵੀ ਉਹ ਕੰਮ ਜਾਣੀ ਕਿ ਸਿਖਰਾਂ ਤੇ ਹੋਵੇ। ਮਤਲਬ ਇੱਕ ਤਾਂ ਜਿਹੜਾ ਇਹ ਦੇਖਿਆ ਜਾ ਰਿਹਾ ਨਾ ਵੀ ਇੰਪਲੋਈ ਦੀ ਬਜਾਏ ਤੁਸੀਂ ਕਾਂਟਰੈਕਟਰ ਸਾਲਾਂ ਦੇ ਵਿੱਚ ਪੌਣੇ 200% ਜਾਣੀ ਕਿ ਵੱਧ ਚੁੱਕੀ ਆ, ਤਿੱਗਣੀ ਕਹਿ ਲਓ ਕਿ ਹੋ ਚੁੱਕੀ ਆ। ਵੀ ਜੇ ਪਹਿਲਾਂ 300 ਸੀਗੇ ਤੇ ਉਹ 900 ਹੋ ਚੁੱਕੇ ਹੁਣ, ਹਨਾ। ਸੋ ਵੀ ਇਹ ਕਾਂਟਰੈਕਟ ਵਰਕਰ ਦਾ ਜਿਹੜਾ ਕਲਚਰ ਚਲਾਇਆ, ਉਹ ਫਿਰ ਯਾਦ ਆਉਂਦੀ ਸੰਤ ਸਿੰਘ ਜੀ ਮਸਕੀਨ ਦੀ ਕਹੀ ਹੋਈ ਗੱਲ ਕਿ ਗੱਲ ਤਾਂ ਮੌਕਾ ਮਿਲਣ ਦੀ ਆ, ਜਿੱਡਾ ਕੁ ਮੌਕਾ ਮਿਲੇ ਓਡਾ ਕੁ ਹੱਥ ਵਿਅਕਤੀ ਮਾਰਦਾ, ਮਤਲਬ ਓਡਾ ਕੁ ਵੱਡਾ ਚੋਰ ਜਾਂ ਚੋਰ ਨਹੀਂ ਉਹ ਬਣਦਾ। ਇਹ ਸੰਤ ਸਿੰਘ ਜੀ ਮਸਕੀਨ ਕਹਿ ਗਏ ਆ। ਤੇ ਗੱਲ ਇਹਦੇ ਵਿੱਚ ਜਾਣੀ ਆਪਰਚੁਨਿਟੀ ਦੇਖੀ ਗਈ ਵੀ ਏਦਾਂ ਕਰਕੇ ਅਸੀਂ ਹੋਰ ਆਪਣੇ ਖੀਸੇ ਭਰ ਸਕਦੇ ਆ, ਭਰ ਸਕਦੀਆਂ ਆ ਵੀ ਕਾਂਟਰੈਕਟ ਵਰਕਰ ਬਣ ਕੇ ਜਾਂ ਬਣਾ ਕੇ, ਬਜਾਏ ਇਹਦੇ ਕਿ ਇੰਪਲੋਈ ਬਣੀਏ ਜਾਂ ਇੰਪਲੋਈ ਰਹੀਏ ਤੇ ਜਾਂ ਫਿਰ ਅਸੀਂ ਇੰਪਲੋਈ ਰੱਖੀਏ। ਸੋ ਇਸ ਕਰਕੇ ਵੀ ਇਹਦੇ ਵਿੱਚ ਹੁਣ ਫਿਰ ਇਹ ਆਪਣੇ ਜਿਹੜੇ ਕੈਨੇਡੀਅਨ ਵਰਕਰ ਇੱਥੋਂ ਦੇ ਨਕਾਰ ਕੇ ਵੀ ਫੋਰਨ ਵਰਕਰ ਰੱਖਣ ਦੀਆਂ ਸ਼ਰਤਾਂ ਕਾਗਜ਼ਾਂ 'ਚ ਪੂਰੀਆਂ ਕਰਕੇ ਇਹ ਆਮ ਪਤਾ ਲੱਗਦਾ ਰਹਿੰਦਾ ਵੀ LMIA ਅਪਲਾਈ ਕੀਤੀ ਜਾਂਦੀ ਆ। ਤੇ ਜਿਹੜਾ ਵੀ ਜਾਣੀ ESDC ਦਾ ਇੰਪਲੋਇਮੈਂਟ ਸਕਿੱਲਸ ਡਿਵੈਲਪਮੈਂਟ ਕੈਨੇਡਾ ਦਾ ਇਹ ਗ੍ਰਾਫ ਸ਼ੋ ਕਰ ਰਿਹਾ 2020-2021 ਦੇ ਦੌਰਾਨ 2020 ਤੇ 2021 ਕੋਵਿਡ ਦਾ ਸਮਾਂ ਆ, ਜਦੋਂ ਕਿ ਇਹ ਟਰੱਕ ਡਰਾਈਵਰਸ ਲਈ LMIA ਚਾਹੀਦੀ ਆ ਜੀ, ਉਹ 5800 ਤੋਂ ਵੀ ਜ਼ਿਆਦਾ ਐਪਲੀਕੇਸ਼ਨਸ ਆ। ਬੱਲੇ 5879। ਮਤਲਬ ਇਹ ਸਰਕਾਰਾਂ ਨੂੰ ਜਿਹੜੀਆਂ ਰਿਪੋਰਟਾਂ ਬਣਾ ਕੇ ਭੇਜੀਆਂ ਜਾਂਦੀਆਂ ਵੀ ਟਰੱਕ ਡਰਾਈਵਰ ਇੱਥੇ ਲੱਭਦੇ ਨਹੀਂ, ਤੇ ਸਰਕਾਰ ਨੂੰ ਏਦਾਂ ਲੱਗਦਾ ਰਹੇ ਵੀ ਟਰੱਕਾਂ ਕੰਪਨੀਆਂ ਨੂੰ ਤਾਂ ਟਰੱਕ ਡਰਾਈਵਰ ਨਹੀਂ ਲੱਭ ਰਹੇ ਤੇ ਇਹਨਾਂ ਨੂੰ ਬਾਹਰਲੇ ਮੁਲਕਾਂ ਤੋਂ ਡਰਾਈਵਰ ਲਿਆਉਣੇ ਪੈਣੇ ਆ। ਇੱਥੇ ਡਰਾਈਵਰ ਜਦ ਕਿ ਧੱਕੇ ਖਾ ਰਹੇ, ਉਹ ਕਹਿ ਰਹੇ ਵੀ ਸਾਨੂੰ ਨੌਕਰੀ ਮਿਲਦੀ ਨਹੀਂ। 5879, ਜੇ ਕਿਸੇ ਨੂੰ 79 ਨਾ ਪਤਾ ਲੱਗੇ ਤੇ 79 ਹੈ। 5879 LMIA ਜਿਹੜੀਆਂ ਇਹ 2020 ਤੇ 2021 ਜਾਣੀ ਜੂਨ ਮਹੀਨੇ ਤੱਕ ਇਸ ਸਾਲ ਦਾ ਜਿਹੜਾ 2021 ਦਾ ਜੂਨ ਮਹੀਨਾ ਲੰਘ ਕੇ ਗਿਆ, ਉਦੋਂ ਤੱਕ ਇਹ ਜਾਣੀ ਸਿਰਫ ਤੇ ਸਿਰਫ ਟਰੱਕਰ ਦੀਆਂ ਹੀ ਆਈਆਂ LMIA ਵਾਸਤੇ। ਉਧਰ ਕੁੱਕਸ ਦੀ ਬੜੀ ਲੋੜ ਆ, ਜਿਹੜੇ ਖਾਣਾ ਬਣਾਉਂਦੇ ਰੈਸਟੋਰੈਂਟ ਦੇ ਵਿੱਚ। ਹੁਣ ਰੈਸਟੋਰੈਂਟ ਵੀ ਲੋਕਡਾਊਨ 2020 ਦੇ ਵਿੱਚ ਤੇ ਸਭ ਕੁਝ ਹੀ ਬੰਦ ਸੀਗਾ, ਪਰ ਫੇਰ ਵੀ ਜਾਣੀ ਇਹ ਜੂਨ 2021 ਤੱਕ 7000 ਤੋਂ ਵੀ ਜ਼ਿਆਦਾ ਕੁੱਕਾਂ ਦੀ ਲੋੜ ਪਈ ਆ ਰੈਸਟੋਰੈਂਟਾਂ ਦੇ ਵਿੱਚ। 7000 ਤੋਂ ਵੱਧ। ਮਤਲਬ ਕਿ ਇਹ ਰੈਸਟੋਰੈਂਟਸ ਦੇ ਵਿੱਚ ਕੁੱਕ ਜਾਂ ਫਿਰ ਇਹ ਫੂਡ ਡਿਲੀਵਰੀ ਸਰਵਿਸ ਦੇ ਵਿੱਚ ਜਾਂ ਫਿਰ ਇਹ ਖਾਸ ਤੌਰ ਤੇ ਟਰੱਕਿੰਗ ਦੇ ਵਿੱਚ ਕਾਫੀ ਵੱਡੀ ਹਨੇਰੀ ਜਿਹੜੀ ਆ LMIA ਐਪਲੀਕੇਸ਼ਨਸ ਦੀ ਇਹ ਝੁੱਲੀ ਆ ਪਿਛਲੇ ਸਮੇਂ ਦੇ ਵਿੱਚ।
ਪਰ ਆਪਾਂ ਜਿੱਦਾਂ ਗੱਲ ਕੀਤੀ ਆ ਵੀ LMIA ਦੇ ਪੂਰੇ ਸਿਸਟਮ ਨੂੰ ਓਵਰਆਲ ਇਹਦੇ ਵਿੱਚ ਨਵੀਆਂ ਚੇਂਜਸ ਆ ਜਿਹੜੀਆਂ ਉਹ ਹੁਣ ਕਿਤਾਬਾਂ ਦੇ ਵਿੱਚ ਆ ਚੁੱਕੀਆਂ ਤੇ ਇੰਪਲੀਮੈਂਟ ਅਗਲੇ ਸਾਲ ਦੇ ਸ਼ੁਰੂ ਤੋਂ ਕਹਿ ਰਹੇ ਵੀ ਅਸੀਂ ਕਰ ਰਹੇ ਹਾਂ ਜੀ। ਬਾਕੀ ਆਡਿਟ ਤੇ ਇਹਦੇ ਨਾਲ ਜਿਹੜੀ ਟਿਪ ਲਾਈਨ ਆ ਉਹ ਵੀ ਬੜੀ ਸਰਗਰਮੀ ਦੇ ਨਾਲ ਕੰਮ ਕਰ ਰਹੀ ਆ ਤੇ ਪਹਿਲਾਂ ਵਾਰੀ ਜਿਹੜੀ ਆਪੋ ਧਾਪੀ ਪਈ ਹੋਈ ਸੀਗੀ ਉਹ ਹੁਣ ਕਾਫੀ ਹੱਦ ਤੱਕ ਨੱਥੀ ਵੀ ਗਈ ਆ ਪਹਿਲਾਂ ਦੇ ਮੁਕਾਬਲੇ। ਪਰ ਕਿਸੇ ਚੀਜ਼ ਨੂੰ ਜਿਹੜਾ ਚ ਪੂਰੀ ਤਰ੍ਹਾਂ ਜੇ ਫੈਲਣ ਨੂੰ ਕਿਸੇ ਕਹਿ ਲਓ ਵੀ ਪਾਪ ਨੂੰ ਸਮਾਂ ਲੱਗਦਾ ਤੇ ਉਹਨੂੰ ਸਮੇਟਣ ਨੂੰ ਵੀ ਫਿਰ ਸਮਾਂ ਹੀ ਲੱਗਦਾ। ਪਰ ਆਹ ਰਿਪੋਰਟਸ ਦੱਸ ਰਹੀਆਂ, ਟੋਰਾਂਟੋ ਸਟਾਰ ਦਾ ਯਤਨ ਦੱਸ ਰਿਹਾ ਵੀ ਇਹ ਸਮੇਟਣ ਦਾ ਹਿੱਸਾ ਹੀ ਆ। ਹਾਂਜੀ, ਸੋ ਜਿਹੜੀਆਂ ਇਹ ਇੰਨੇ ਸਮੇਂ ਤੋਂ 4 ਸਾਲ ਤੇ ਸਾਨੂੰ ਹੋ ਗਏ ਧੱਕੇ ਖਾਂਦਿਆਂ, ਕਦੀ ਮਿਨਿਸਟਰ ਕੋਲ, ਕਦੀ MP ਕੋਲ, ਕਦੀ ਕਿਤੇ, ਕਦੀ ਪ੍ਰਾਈਮ ਮਿਨਿਸਟਰ ਤੱਕ ਤਾਂ ਪਹੁੰਚ ਕਰਨੀ ਪਈ ਤਾਂ ਜਾ ਕੇ ਕਿਤੇ ਮਤਲਬ ਕਰਨਾ ਥੋੜ੍ਹੀ ਬਹੁਤੀ ਜੂੰ ਸਰਕੀ। ਚਲੋ ਹੁਣ 14 ਚੇਂਜਸ ਇਹ LMIA ਦੇ ਸਿਸਟਮ ਦੇ ਵਿੱਚ ਇਰਪਾ ਦੇ ਵਿੱਚ ਕੀਤੀਆਂ ਜਿਹੜੀਆਂ ਉਹ ਇੰਪਲੀਮੈਂਟ ਗਾਂ ਹੋ ਵੀ ਜਾਣੀਆਂ। ਪਰ ਕੁੱਲ ਮਿਲਾ ਕੇ ਜਾਣੀ ਕਿ ਇਹ ਆ ਜੀ ਵੀ ਜਿਹੜਾ ਇਹ LMIA ਦੇ ਸਿਲਸਿਲੇ ਦੇ ਵਿੱਚ ਐਪਲੀਕੇਸ਼ਨ ਦਾ ਕੈਨੇਡਾ ਦੇ ਵਿੱਚ ਕੋਸਟ ਟੂ ਕੋਸਟ ਜਿਹੜਾ ਇਹ ਚਰਚਾ ਆ ਵੀ ਇੰਨੀਆਂ LMIA ਇੰਨੀ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਜਾਣੀ ਕਿ ਕਾਲ ਪਿਆ ਹੋਇਆ, ਕੁੱਕ ਨਹੀਂ ਲੱਭਦੇ ਇੱਥੇ, ਇੰਨੀ ਵੱਡੀ ਤਾਦਾਦ ਦੇ ਵਿੱਚ ਕਾਲ ਪਿਆ ਹੋਇਆ ਵੀ ਟਰੱਕ ਡਰਾਈਵਰ ਨਹੀਂ ਲੱਭਦੇ ਇੱਥੇ। ਸੋ ਲੇਕਿਨ ਕਿ ਇਹ ਜਿਹੜੇ ਸਰਕਾਰ ਦੇ ਰੈਕਰਡ ਆ ਨਾ ਤੇ ਖਾਸ ਤੌਰ ਤੇ ਸਟੇਕ ਹੋਲਡਰ ਜਿਹੜੀਆਂ ਰਿਪੋਰਟਸ ਬਣਾ ਸਰਕਾਰ ਨੂੰ ਭੇਜਦੇ ਆ ਜੀ, ਉਹਦੇ ਤੇ ਵੀ ਅਸੀਂ ਤਾਂ ਮਤਲਬ ਰਿਕੁਐਸਟ ਉਹਨਾਂ ਨੂੰ ਕੀਤੀ ਹੋਈ ਆ ਵੀ ਜਿਹੜੀਆਂ ਸਟੇਕ ਹੋਲਡਰ ਦੀਆਂ ਰਿਪੋਰਟਸ ਆ ਜਿਹੜਾ ਇਹਨਾਂ ਨੂੰ ਬਰੀਕੀ ਨਾਲ ਘੋਖਿਆ ਕਰੋ ਵੀ ਇਹ ਸੱਚਾਈ ਦੇ ਕਿੰਨੀਆਂ ਨੇੜੇ ਆ ਜੀ। ਵੀ ਇੰਪਲੋਇਮੈਂਟ ਮਾਰਕੀਟ ਦੇ ਵਿੱਚ ਤੁਹਾਡੇ ਕੋਲ ਵਾਕਿਆ ਕੁੱਕ ਹੈ ਨਹੀਂ ਗੇ, ਉਹ ਤੁਹਾਡੇ ਕੋਲ ਵਾਕਿਆ ਇੱਥੇ ਟਰੱਕ ਡਰਾਈਵਰ ਲੋਕਲ ਹੈ ਨਹੀਂ ਗੇ। ਖੁੰਬਾਂ ਵਾਂਗੂ ਤਾਂ ਸਕੂਲ ਉੱਗੇ ਪਏ ਆ ਜਿਹੜੇ ਟਰੱਕ ਡਰਾਈਵਰ ਬਣਾਉਂਦੇ ਆ, ਉਹ ਜਿਹੜੇ ਬਣ ਕੇ ਟਰੱਕ ਡਰਾਈਵਰ ਜਾਂਦੇ ਕਿੱਥੇ ਆ? ਤੁਹਾਨੂੰ ਬਾਹਰਲੇ ਦੇਸ਼ਾਂ ਤੋਂ ਲਿਆਉਣੇ ਪੈਣੇ ਟਰੱਕ ਡਰਾਈਵਰ ਤਾਂ। ਜੀ 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 ਜੀ। ਸੋ ਤਦ ਕਰਕੇ ਇਹ ਆ ਜੀ ਵੀ ਇਹ ਜਿਹੜਾ ਡਾਟਾ ਆ ਸਾਰਾ ਇਹ ਗਵਰਨਮੈਂਟ ਇਹਦੇ ਤੇ ਹੁਣ ਨਚੁੱਲੀ ਆ ਵੀ ਸਮੇਂ-ਸਮੇਂ ਤੇ ਉਹ ਬਣਦਾ ਹੀ, ਇਸ ਕਰਕੇ ਵੀ ਇੱਥੇ ਰਿਵਿਊ ਜਿਹੜਾ ਉਹ ਚੱਲਦਾ ਰਹਿੰਦਾ ਜੀ। ਪਰ ਫਿਰ ਇੱਕ ਵਾਰ ਕਹਿੰਦੇ ਵੀ ਇਹ ਮਗਰ ਮੱਛਾਂ ਨੇ ਹੁਣ ਜਿਹੜਾ ਪੱਥਰ ਆ ਉਹਦੇ ਵਿੱਚ ਟੱਕਰ ਮਾਰ ਲਈ ਲੱਗਦੀ ਆ ਤੇ ਵਾਪਸ ਮੁੜਦੇ ਜਾਪ ਰਹੇ ਆ। ਅਸੀਂ ਸਾਡੇ ਨਾਲ ਕਾਲਰ ਨੇ ਜੋਲ ਸਾਹਿਬ, ਆਪਾਂ 2 ਕਾਲ ਫਿਰ ਆਪਾਂ ਵਾਈਂਡ ਅਪ ਕਰਦੇ ਆ ਜੀ। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਜੋਲ ਸਾਹਿਬ, ਆਪਣੇ ਸਤਿ ਜਿਹੜੀ ਅੱਜ ਇਹ ਰਿਪੋਰਟ ਤੁਸੀਂ ਗੱਲ ਕਰੀ ਆ ਨਾ, ਮੈਂ ਬਹੁਤ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ ਵੀ ਤੁਸੀਂ ਬਿਲਕੁਲ ਸੱਚਾਈ ਦੇ ਉੱਪਰ ਨਿਧੜਕ ਹੋ ਕੇ ਗੱਲ ਕਰਦੇ ਹੋ। ਕੱਲ ਮੈਂ ਵੀ ਇਹੀ ਗੱਲ ਕਹੀ ਸੀ, ਮੈਂ ਕਿਹਾ ਇੱਕ ਗੁਰਬਾਣੀ ਵਿੱਚ ਤੁਕ ਆਉਂਦੀ ਹੈ ਆਪਣੇ ਪਾਪਾਂ ਬਾਝ ਨਾ ਹੁੰਦੀ ਇਕੱਠੀ ਮੋਇਆ ਸੰਗ ਨਾ ਜਾਵੇ। ਹੈਲੋ ਜੀ 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 ਜੀ, ਬੋਲਦੇ ਪਏ। ਹਾਂ, ਉਹ ਅੱਛਾ, ਮੈਂ ਕਈ ਬੰਦੇ ਕਹਿੰਦੇ ਜੀ ਇਹ ਗੱਲ ਹੋਰ ਹੈ ਉਹ ਹੋਰ ਹੈ, ਉਹ ਤਾਂ ਜਾਂ ਪੁਰਾਣੀ ਹੋ ਗਈ ਗੱਲ, 5-7 ਸਾਲ ਪਹਿਲਾਂ ਲਿਖੀ ਸੀ, ਹੁਣ ਜੀਵਨ ਹੋਰ ਲੋਟ ਚੱਲਦਾ ਹੈ। ਈਵਨ ਹੋ ਇਸ ਤਰ੍ਹਾਂ ਵੀ ਇਹ ਫਿਰ ਇਕੱਠੀ ਹੁੰਦੀ ਹੋਈ ਨਹੀਂ। ਹੁਣ ਸਤਪਾਲ ਜੋਹਲ ਕੋਲੇ ਕਿਹੜੇ ਮਹਿਲ ਨੇ ਜਾਂ ਕਿੰਨੀਆਂ ਗੱਡੀਆਂ ਤੇ ਕਿੰਨੇ ਬੈਂਕ ਬੈਲੈਂਸ ਨੇ? ਸਾਰੀ ਸੇਵਾ ਹੀ ਕਰਦੇ ਤੌਰ ਤੇ, ਸੇਵਾ ਦੇ ਤੌਰ ਤੇ ਕਮਿਊਨਿਟੀ ਦਾ ਸਭ ਕੁਝ ਕਰ ਰਹੇ ਨੇ। ਜਾਂ ਤੁਸੀਂ ਵੀ ਇੰਨਾ ਮਿਹਨਤ ਕਰਦੇ ਹੋ ਤੇ ਉਹ ਕਹਿੰਦੇ ਜੀ ਨਹੀਂ ਇਹ ਤਾਂ ਮਤਲਬ ਗੁਰਬਾਣੀ ਮਤਲਬ ਆਪਣੇ ਅਮਲ ਚ ਨਹੀਂ ਲਿਆਉਣੀ ਹੈਗੀ, ਉਹ ਆਪਾਂ ਦਿਖਾਵੇ ਵੀ ਰੱਖਣੀ ਹੈ। ਜੀ 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 ਜੀ, ਥੈਂਕ ਯੂ ਸੋ ਮਚ। ਮੈਂ ਤਾਂ ਇੰਨਾ ਹੀ ਕਹਿਣਾ ਸੀ, ਮੈਂ ਬਹੁਤ ਖੁਸ਼, ਬਹੁਤ ਐਪਰੀਸ਼ੀਏਟ ਕਰਦਾ ਇਹਨਾਂ ਨੇ ਜਿਹੜੀ ਅੱਜ ਜਿੰਨੀ ਵੀ ਡਰਾਈਵਰਾਂ ਤੇ ਹੋਰ ਜੋ ਕੁਝ ਕੰਪਨੀਆਂ ਚੱਲ ਰਹੀਆਂ। ਥੈਂਕ ਯੂ ਸੋ ਮਚ ਅੰਕੁਲ ਜੀ, ਥੈਂਕ ਯੂ ਸੋ ਮਚ ਜੀ। ਜੀ ਜੋਸਫ, ਹਾਂ, ਇਹਨਾਂ ਦਾ ਬੜੇ ਬਹੁਤ ਅੱਛਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਜਿਹੜੀ ਗੁਰਬਾਣੀ ਹੈ ਨਾ ਉਹ ਇੱਕ ਲਫ਼ਜ਼ ਉਦੋਂ ਵੀ ਠੀਕ ਸੀ ਤੇ ਅੱਜ ਵੀ ਆ। ਔਰ ਰਾਦਰ ਇਹ ਦੱਸ ਰਿਹਾ ਅੱਜ ਦਾ ਵਰਤਾਰਾ ਵੀ ਉਹਦੇ ਨਾਲੋਂ ਭੈੜੇ ਪਾਸੇ ਨੂੰ ਹੀ ਅਸੀਂ ਵੱਧ ਵਧੇ ਆ। ਕਿਉਂਕਿ ਗੁਰੂਆਂ ਦੀ ਵਰਸੋਈ ਧਰਤੀ ਤੇ ਇੱਕ ਜੀ ਨੂੰ ਟੱਬਰ ਨੂੰ ਲੱਗਣ ਲੱਗ ਗਿਆ ਵੀ ਉਹ ਤੇ ਨਿਆਣੇ ਜੰਮਣ ਦੀ ਹੁਣ ਮਸ਼ੀਨ ਹੀ ਬਣ ਗਏ ਨਾ। ਉੱਥੇ ਵੀ ਨਿਆਣਾ ਜੰਮੋ 20 ਸਾਲ ਦਾ ਹੋ ਜਾਵੇ ਭੇਜੋ ਕੈਨੇਡਾ। ਰਾਈਟ, ਅੱਛਾ, ਤੇ ਵੀ ਉੱਥੇ ਲੱਗਣ ਲੱਗ ਗਿਆ ਵੀ ਹੁਣ ਇੱਥੇ ਨਹੀਂ ਸਾਡਾ ਟਿਕਾ ਹੈਗਾ, ਕੈਨੇਡਾ ਜਾ ਕੇ ਆ, ਅਮਰੀਕਾ ਜਾ ਕੇ ਆ। ਤੇ ਜਿਹੜੇ ਇੱਥੇ ਪਹੁੰਚੇ ਹੋਏ ਆ, ਸਥਾਪਿਤ ਹੋਈਆਂ ਆ, ਉਹਨਾਂ ਦੇ ਵਿੱਚੋਂ ਕਾਫੀ ਲੋਕਾਂ ਦਾ ਕਿਰਦਾਰ ਦੇਖੋ ਵੀ ਕਿੰਨਾ ਗੰਦਲਾ ਆ, ਇਹੋ ਜਿਹੀਆਂ ਬੇਈਮਾਨੀਆਂ, ਹੇਰਾ ਫੇਰੀਆਂ ਦੇ ਨਾਲ। ਮਤਲਬ ਕਿ ਸੰਤ ਸਿੰਘ ਜੀ ਮਸਕੀਨ ਜਾਂ ਉਹ ਤੋਂ ਪਹਿਲਾਂ ਭਾਈ ਗੁਰਦਾਸ ਜੀ ਜਾਂ ਜੋ ਵੀ ਗੱਲਾਂ ਪਿੱਛੇ ਗੁਰੂ ਸਾਹਿਬ ਜੀ ਵੀ ਕਰ ਗਏ ਆ, ਉਹ ਸਾਡੇ ਕਿਰਦਾਰਾਂ ਤੇ ਇਨ ਬਿਨ ਅੱਜ ਢੁੱਕਦੀਆਂ। ਜੀ ਜੀ ਜੀ, ਤੇ ਗੱਲ ਮੌਕਾ ਮਿਲਣ ਦੀ ਆ। ਕਿਸੇ ਸਟੋਰ 'ਚ ਜਾ ਕੇ ਦੇਖ ਲਓ ਵੀ ਟੋਕਰਿਆਂ 'ਚ ਖੁੱਲਾ ਸਮਾਨ ਪਿਆ, ਜੇਬ 'ਚ ਪਾ ਕੇ ਨਿਕਲ ਵੀ ਜਾਊਂ ਤੇ ਕਿਹੜਾ ਕੋਈ ਦਿਖਦਾ? ਤੇ ਕਾਫੀ ਦੇਖਦੇ ਹੁੰਦੇ ਗੇਟ ਤੇ ਖੜੇ ਕਿ ਨਹੀਂ ਅਗਲੇ। ਸੋ ਤਦ ਕਰਕੇ ਆ ਗੱਲ ਆਪਰਚੁਨਿਟੀ ਦੀ ਆ। ਉਹ ਅੱਜ ਵੀ ਇਨਸਾਨ ਦਾ ਕਿਰਦਾਰ ਉਹੀ ਆ ਜੋ ਬਾਣੀ ਰਚਣ ਵੇਲੇ 500 ਸਾਲ ਪਹਿਲਾਂ ਸੀਗਾ। ਤੇ ਮੌਕਾ ਮਿਲਣ ਤੇ ਹੱਥ ਜਿੱਡਾ ਪੈ ਸਕੇ ਕੋਈ ਮਾਰਦਾ ਜਾਂ ਮਾਰਦੀ ਆ, ਚੋਰ ਨਹੀਂ। ਇਹ ਭਾਵਨਾ ਪ੍ਰਬਲ ਹਰ ਇਨਸਾਨ ਦੇ ਅੰਦਰ ਆ, ਜਿਹਦਾ ਕਿਰਦਾਰ ਜਾਣੀ ਕਿ ਮੋਕਲਾ ਆ ਜੀ।
ਮੌਕਾ ਮਿਲਣ ਦੀ ਗੱਲ ਉਦੋਂ ਵੀ ਢੁਕਵੀਂ ਸੀ, ਅੱਜ ਵੀ ਢੁਕਵੀਂ ਆ। ਕੈਨੇਡਾ ਨੇ ਸਾਨੂੰ ਅਪਰਚੁਨਿਟੀ ਦਿੱਤੀ ਪੈਰ ਲਾਉਣ ਦੀ, ਪਰ ਅਸੀਂ ਮੌਕਾ ਦੇ ਕੇ ਚੋਰ ਚੋਰਨੀਆਂ ਕੈਨੇਡਾ ਦੇ ਬਣੇ। ਪਾਸਪੋਰਟ ਭਾਵੇਂ ਕੈਨੇਡਾ ਦਾ ਜੇਬ 'ਚ ਪਾ ਲਿਆ, ਕੈਨੇਡੀਅਨ ਹੋਣ ਦਾ ਮਤਲਬ ਨਾ ਸਮਝਿਆ। LMIਆਂ ਵੇਚ ਕੇ ਖਰੀਦ ਕੇ ਕੈਨੇਡਾ ਦੇ ਚੋਰ ਤੇ ਚੋਰਨੀਆਂ ਬਣ ਰਹੇ ਆ, ਕਿਉਂਕਿ ਅਪਰਚੁਨਿਟੀ ਦਿਸ ਗਈ, ਮੌਕਾ ਹੈਗਾ ਵੀ ਇਦਾਂ ਅਸੀਂ ਕਰ ਸਕਦੇ, ਜੇਬਾਂ ਖੀਸੇ ਭਰ ਸਕਦੇ। ਜੀ 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 ਅਪਰਚੁਨਿਟੀ ਦੀ ਗੱਲ ਉਦੋਂ ਮਤਲਬ ਬਦਲਿਆ ਕੀ ਆ? ਫਿਰ ਦੱਸੋ ਨਾ ਵੀ ਪੋਜ਼ਿਟਿਵਲੀ ਕੀ ਚੇਂਜ ਆਇਆ? ਅਸੀਂ ਤਾਂ ਹੋਰ ਨੈਗੇਟਿਵਲੀ ਜਾਣੀ ਹੋਰ ਗਿਰਾਵਟ ਨੂੰ ਗਰਕ ਗਏ ਨਵੇਂ ਦੇਸ਼ ਵਿੱਚ ਜਾ ਕੇ ਵੀ। ਏਦਾਂ ਹੀ ਯੂਰਪ ਦੇ ਵਿੱਚ ਉੱਥੇ ਜੇਲਾਂ, ਕੋਈ ਦੇਸ਼ ਐਸਾ ਨਹੀਂ। ਮੇਰੇ ਨਾਲ ਚੱਲੋ, ਦੱਸੋ ਕਿਹੜੇ ਦੇਸ਼ ਦੇ ਵਿੱਚ ਜੇ ਅਸੀਂ ਸਾਰੇ ਪੰਜਾਬੀ ਗਏ, ਸਾਡੇ ਮਹਿਲ ਵੀ ਆ, ਸਭ ਕੁਝ ਵੀ ਆ, ਤੇ ਜੇਲਾਂ ਵਿੱਚ ਸਾਡੀ ਹਾਜ਼ਰੀ ਨਹੀਂ? ਮੈਨੂੰ ਇੱਕ ਦੇਸ਼ ਦੱਸ ਦਿਓ। ਉਹ ਸੁੰਦਰ ਦੇਸ਼ਾਂ ਦੇ ਵਿੱਚ ਜਿੱਥੇ ਸਵਰਗ ਮੰਨਣ ਗਏ, ਇੱਥੇ ਔਰੰਜਵਿਲ ਚੱਲ ਜਾਓ, 10 ਸਾਲ ਪਹਿਲਾਂ ਦਾ ਉਹ ਕੱਢ ਕੇ ਡਾਟਾ ਦੇਖ ਲਓ ਵੀ ਕਿੰਨੇ ਉੱਥੇ ਪੰਜਾਬੀਆਂ ਦਾ ਆਉਣਾ ਜਾਣਾ ਸੀਗਾ। ਅੱਜ 2020 ਦਾ ਡਾਟਾ ਕੱਢ ਲਓ ਵੀ ਕਿੰਨੇ ਲੋਕਾਂ ਦਾ ਉੱਥੇ ਆਉਣਾ ਜਾਣਾ ਕੋਰਟ ਦੇ ਵਿੱਚ। ਕੋਰਟ ਦੇ ਵਿੱਚ ਅਸੀਂ ਕੋਈ ਮਠਿਆਈਆਂ ਵੰਡਣ ਜਾਂਦੇ ਆ? ਕੀ ਕਰਨ ਜਾਂਦੇ ਕੋਰਟ ਵਿੱਚ? ਸੋ ਇਸ ਕਰਕੇ ਥੋੜਾ ਵਿਚਾਰੀਏ। ਅਪਰਚੁਨਿਟੀ ਦੀ ਗੱਲ 500 ਸਾਲ ਪਹਿਲਾਂ ਵੀ ਉਦਾਂ ਹੀ ਢੁਕਵੀਂ ਸੀ, ਇਨ ਜਿੱਦਾਂ ਅੱਜ ਆ, ਹੋਰ ਕਰਕੇ ਹੀ ਹੋਵਾਂਗੇ। ਜੀ ਬਿਲਕੁਲ ਬਿਲਕੁਲ। ਜੋ ਸਾਹਿਬ ਲਾਸਟ ਕਾਲ ਹੈ ਜੀ, ਫਿਰ ਆਪਾਂ ਵਾਈਂਡ ਅਪ ਕਰਦੇ ਤਾਂ ਸਵੇਰ ਦਾ ਟਾਈਮ ਓਨਾ ਹੀ ਹੁੰਦਾ ਸਾਡੇ ਕੋਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਵੀਰੇ, ਮੈਂ ਇਹੀ ਕਹਿਣਾ ਸੀ ਜੀ, 100% ਬਹੁਤ ਕੰਮ ਖਰਾਬ ਹੈ। ਮੈਂ ਇੱਥੇ 2010 ਚ ਆਇਆ ਸੀ, ਰਾਈਟ ਜੀ। ਮੈਨੂੰ ਹੁਣ 7 ਸਾਲ ਹੋਏ ਡਰਾਈਵਿੰਗ ਕਰਦੇ ਨੂੰ। ਤੁਸੀਂ ਯਕੀਨ ਮੰਨੋ, ਗੁੱਸਾ ਨਾ ਕਰੇ ਕੋਈ, ਜਿੰਨੀ ਵੀ ਜਨਤਾ ਪੁਰਾਣੀ ਆਈ ਹੈ ਨਾ, ਮੈਨੂੰ ਵੀ ਹੁਣ ਖੈਰ 10 ਸਾਲ ਹੋ ਗਏ ਆ। ਪਹਿਲੀ ਗੱਲ ਤੇ ਪੈਸੇ ਨਹੀਂ ਦੇਣਾ ਚਾਹੁੰਦੇ ਕਿਸੇ ਨੂੰ, ਰਾਈਟ। ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ, 90% ਇਹੋ ਜਿਹੇ ਆ ਜਿਨ੍ਹਾਂ ਨੇ ਟਰੱਕ ਪਾਏ ਹੋਏ, ਓਨਰ ਆਪਰੇਟਰ ਹੈ, ਉਹਨਾਂ ਨੇ ਡਰਾਈਵਰ ਰੱਖੇਗਾ ਜੀ, ਤੇ ਉਹ ਭਾਜੀ ਪੈਸਾ ਦੇਣਾ ਨਹੀਂ ਚਾਹੁੰਦੇ। ਕੰਪਨੀਆਂ ਤੋਂ ਲੈ ਲੈਂਦੇ, ਗੋਰਿਆਂ ਵਿਚਾਰਿਆਂ ਤੋਂ ਲੈ ਲੈਂਦੇ, ਗਾਂ ਪੈਸੇ ਵਧਾ ਲੈਂਦੇ ਆ ਕਿ ਸਾਡੇ ਖਰਚੇ ਵਧੇ ਆ। ਗਾਂ ਭਾਜੀ ਉਹੀ $17 ਤੇ ਤਾਂ ਅਸੀਂ ਕਿੰਨੇ ਸਾਲ, ਮੈਂ ਕੰਮ ਕਰਦਾ ਰਿਹਾ 3 ਸਾਲ, ਉਸ ਤੋਂ ਬਾਅਦ ਜਾ ਕੇ ਪਿਆ ਹੁਣ 22 ਤੇ ਲਮਕਾ ਕੇ ਬੈਠੇ ਆ ਜੀ। ਗਾਂ ਵਧਾਉਂਦੇ ਹੀ ਨਹੀਂ ਜੀ। ਤੁਸੀਂ ਮੈਨੂੰ ਦੱਸੋ, ਐਡੀ ਖਤਰਨਾਕ ਚੀਜ਼ ਚਲਾਉਣ ਦੀ ਦੁਨੀਆ ਨਾ, ਆਈਸ ਦੇ ਉੱਤੇ ਟਰੱਕ ਚਲਾਉਂਦੇ, ਬਰਫ਼ ਚ ਚਲਾਉਂਦੇ, ਉਦੋਂ $22 ਘੰਟਾ ਮਿਲਣਾ ਚਾਹੀਦਾ। ਆਪ ਤੁਸੀਂ ਹਿਸਾਬ ਲਾ ਕੇ ਦੇਖ ਲਓ ਕਿ ਮਤਲਬ ਇਹ ਕਿੱਧਰ ਨੂੰ। ਗਵਰਨਮੈਂਟ ਨੂੰ ਸਭ ਪਤਾ, ਜਾਣ ਕੇ ਨਹੀਂ ਕਰਦੇ ਪਏ, ਕਿਉਂਕਿ ਉਹ ਕਹਿੰਦੇ ਮਰਦੇ ਮਨ। ਹਾਈਵੇ 11 ਦੇਖ ਲਓ, ਅੱਜ ਤੱਕ ਨਹੀਂ ਡਬਲ ਹੋਇਆ। ਕਿੱਡੀ ਕੁ ਵੱਡੀ ਗੱਲ ਹੈ ਜੀ। ਇਹ ਇੰਡੀਆ 'ਚ ਹਾਈਵੇ ਅਗਲੇ ਬਣਾ ਕੇ ਝੱਟ ਮਾਰਦੇ ਨੇ, ਕੋਈ ਹਾਈਵੇ 11 ਨਹੀਂ ਡਬਲ ਹੋ ਰਿਹਾ। ਕਹਿੰਦੇ ਮਰਨ ਮਨ, ਪੰਜਾਬੀ ਆ 90% ਟਰੱਕਿੰਗ 'ਚ ਮਰਦੇ ਮਨ। ਦੇ ਡੋਂਟ ਵਾਂਟ ਟੂ ਡੂ ਦੈਟ। ਉਹਨਾਂ ਨੂੰ ਪਤਾ ਇੰਸ਼ੋਰੈਂਸਿਸ ਵੀ ਨਹੀਂ ਉਹ ਸਹੀ ਕਰ ਰਹੇ, ਜਾਣ ਕੇ ਨਹੀਂ ਕਰ ਰਹੇ। ਰੀਅਲ ਸਟੇਟ 'ਚ ਵੀ ਸਾਰੀ ਠੱਗੀ ਬਜ਼ਾਰੀ ਚੱਲ ਰਹੀ ਹੈ, ਸਾਰੀ ਰੀਅਲ ਸਟੇਟ 'ਚ ਜੀ ਜੀ, ਰਾਈਟ। ਸੋ ਇਟਸ ਗਵਰਨਮੈਂਟ ਦਾ ਫਾਲਟ ਹੈ ਜੀ। ਕਰਨਾ ਹੋਵੇ ਤੇ ਪ੍ਰਧਾਨ ਮੰਤਰੀ ਚਾਹੀਦਾ ਹੋਵੇ। ਮੈਂ ਕਹਿੰਦਾ ਭਾਜੀ 24 ਘੰਟੇ ਸਭ ਕੁਝ ਸਹੀ ਹੋ ਸਕਦਾ। ਤੁਸੀਂ ਇੱਕ ਹੋਰ ਚੀਜ਼ ਲਾਸਟ ਕਹਿਣੀ ਚਾਹੁੰਦਾ, ਟੈਨੈਂਟ ਦਾ ਤੇ ਘਰ ਦਾ ਲਾਅ ਦੇਖ ਲਓ, ਜਿਹੜਾ ਵਿਚਾਰਾ ਹੋਮ ਓਨਰ ਆ, ਕਿੰਨਾ ਕੁ ਗੰਦਾ ਲਾਅ ਆ। ਮਤਲਬ ਉਹ ਤੁਹਾਡੇ ਕਬਜ਼ਾ ਕਰਕੇ ਬਹਿ ਜਾਂਦਾ ਇੱਕ ਕਿਸਮ ਦਾ। ਨਹੀਂ ਵੈਸੇ ਰਾਈਟਸ ਹੁੰਦੇ ਨੇ, ਪਰ ਚਲੋ ਐਨੀਵੇਜ਼ ਆਪਣੇ ਕੋਲ ਇੰਨਾ ਹੀ ਸਮਾਂ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਜੋਸ ਸਾਹਿਬ ਜੀ ਕੁਇਕਲੀ ਵਾਈਂਡ ਅਪ ਕਰ ਦੀ ਇਸ ਗੱਲਬਾਤ ਨੂੰ। ਹਾਂਜੀ, ਨਹੀਂ ਬਹੁਤ ਇਹਨਾਂ ਦਾ ਵੀ ਧੰਨਵਾਦ। ਪਰ ਦੂਸਰੇ ਪਾਸੇ ਇਹ ਆ ਕਿ ਜਦੋਂ ਆਪਾਂ ਇਸ ਮੁਲਕ ਆਏ ਸੀ, 10 ਸਾਲ ਪਹਿਲਾਂ ਕੋਈ ਆਇਆ, ਕੋਈ 20 ਸਾਲ ਪਹਿਲਾਂ ਕੋਈ ਆਇਆ, ਕੋਈ 30 ਸਾਲ ਪਹਿਲਾਂ ਆਇਆ, ਤੇ ਜੇ ਉੱਥੇ ਮਿੰਟਾਂ 'ਚ ਸੜਕਾਂ ਬਣ ਜਾਂਦੀਆਂ ਹੈ ਜੀ, ਧੂੜ ਕਾਹਲੀ ਫੱਕਦੇ ਸੀ ਫਿਰ ਆਪਾਂ। ਉੱਥੇ ਮਿੰਟਾਂ 'ਚ ਸੜਕਾਂ ਬਣ ਜਾਂਦੀਆਂ, ਮਹੀਨਿਆਂ 'ਚ ਬਣ ਜਾਂਦੀਆਂ। ਕੋਈ ਇੱਕ ਬਣ ਗਿਆ ਹੋਊਗਾ ਜਿੱਥੇ ਉਹਨਾਂ ਨੇ ਟੋਲ ਕੱਢਣਾ ਸੀਗਾ। ਬਾਕੀ ਪਿੰਡਾਂ ਦਾ ਹਾਲ ਦੇਖ ਲਓ ਜਾ ਕੇ। ਮਤਲਬ ਜੀ ਹੁਣ ਇਹ ਕੰਪੈਰੀਜ਼ਨ ਇੱਥੇ ਆ ਕੇ ਸਾਨੂੰ ਕਰਨਾ ਆ ਗਿਆ, ਤੇ ਆਏ ਤੇ ਆਪਾਂ ਉੱਥੋਂ ਹੀ ਆ, ਤੇ ਫਿਰ ਆਪਾਂ ਆਉਣਾ ਕੱਲ੍ਹ ਹੀ ਸੀਗਾ। ਜੇ ਇੱਥੇ ਵਿੱਚ ਨੁਕਸ ਸੀ, ਅੱਜ ਗੂਗਲ ਹੈਗਾ, ਉਦੋਂ ਨਹੀਂ ਸੀਗਾ ਪੁਰਾਣਿਆਂ ਸਮਿਆਂ 'ਚ। ਚਲੋ ਸਾਨੂੰ ਭੁਲੇਖਾ ਪੈ ਗਿਆ, ਪਰ ਕੋਈ ਏਅਰਪੋਰਟ ਨਹੀਂ ਕਹਿੰਦਾ ਅਸੀਂ ਮੁੜ ਕੇ ਨਾ ਜਾਈਏ। ਕਹਿਣ ਦਾ ਮਤਲਬ ਇਹ ਆ ਵੀ ਇਹ ਕੰਪੈਰੀਜ਼ਨ ਠੀਕ ਨਹੀਂ ਗਾ। ਉੱਥੋਂ ਅਸੀਂ ਭੱਜੇ ਆ, ਨੱਸੇ ਆ, ਅੱਜ ਵੀ ਨੱਸ ਰਹੇ ਆ। 10 ਸਾਲ ਨਾਲੋਂ ਜ਼ਿਆਦਾ ਇਹ ਰਫ਼ਤਾਰ ਤੇਜ਼ ਹੀ ਹੋਈ ਆ ਲੋਕਾਂ ਦੀ ਉੱਥੇ ਜਾਨ ਤਲੀ ਤੇ ਰੱਖ ਕੇ ਉੱਥੋਂ ਨਿਕਲਣ ਦੀ। ਜੇ ਉੱਥੇ ਬੈਠ ਰਿਹਾ ਤੇ ਲੋਕ ਭੱਜ ਕਿਉਂ ਰਹੇ ਆ? ਸੋ ਦੂਸਰਾ ਇਹ ਆ ਵੀ ਟਰੱਕ ਡਰਾਈਵਰ ਇੱਥੇ ਇਕੱਲੇ ਪੰਜਾਬੀ ਨਹੀਂ ਹੈਗੇ। ਪੰਜਾਬੀਆਂ ਨੂੰ ਕੌਣ ਕਹਿੰਦਾ ਵੀ ਤੁਸੀਂ ਮਰੀ ਜਾਓ ਸੜਕਾਂ ਤੇ ਜੀ? ਬਾਕੀ ਡਰਾਈਵਰ ਉੱਥੇ ਸੜਕ ਤੋਂ ਲੰਘ ਸਕਦੇ, ਸਾਨੂੰ ਕੀ ਗੱਲ ਆ? ਉਹ ਸਾਨੂੰ ਕੀ ਗੱਲ ਆ? ਅਸੀਂ ਇਕੱਲੇ ਡਰਾਈਵਰ ਆ ਇੱਥੇ ਪੰਜਾਬੀ ਜੀ। ਜੋਲ ਸਾਹਿਬ ਜੀ। ਸੋ ਤਦ ਕਰਕੇ ਅਸੀਂ ਥੋੜਾ ਜਿਹਾ ਇਹਨਾਂ 'ਚ ਨੁਕਸ ਕੱਢਣ ਤੋਂ ਪਹਿਲਾਂ ਆਪਣਾ ਕੱਢ ਲਈਏ। ਬਿਲਕੁਲ ਬਿਲਕੁਲ ਬਿਲਕੁਲ, ਆਪਣਾ ਕੱਢ ਲਈਏ। ਬਰੈਂਪਟਨ ਵੀ ਠੀਕ ਲੱਗੂ, ਓਨਟਾਰੀਓ ਵੀ ਠੀਕ ਲੱਗੂ, ਓਟਵਾ ਵੀ ਠੀਕ ਲੱਗੂ, ਕੈਨੇਡਾ ਵੀ ਠੀਕ ਲੱਗੂ। ਨੁਕਸ ਮਨੁੱਖੀ ਆ ਸਾਰੇ। ਜੀ 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 ਜੀ। ਡੱਗ ਫੋਰਡ ਵੀ ਬੰਦਾ ਹੀ ਆ, ਜਸਟਨ ਟਰੂਡੋ ਵੀ ਬੰਦਾ ਹੀ ਆ, ਬਾਕੀ ਜਿਹਨਾਂ ਨੂੰ ਤੁਸੀਂ ਚੁਣਦੇ ਹੋ ਸਾਰੇ ਬੰਦੇ ਹੀ ਆ।
ਰੱਬ ਤਾਂ ਕੋਈ ਹੈ ਨਹੀਂ, ਦੇਵਤੇ ਥੋੜ੍ਹੇ ਚੁਣਦੇ ਆ, ਤੁਹਾਡੇ ਵਰਗੇ ਹੀ ਆ। ਨੁਕਸ ਉਹਨਾਂ ਵਿੱਚ, ਕਮਜ਼ੋਰੀਆਂ ਹੋਣਗੀਆਂ ਹਜ਼ਾਰ, ਪਰ ਕੋਈ ਹੈਗਾ ਇਸ ਨਕਸ਼ਾ ਦੁਨੀਆ ਤੇ ਕੋਈ ਐਸਾ ਦੇਸ਼ ਜਿਹਨਾਂ 'ਚ ਨੁਕਸ ਹੈ ਨਹੀਂ ਭਾਈ, ਫਿਰ ਉੱਥੇ ਚੱਲੀਏ ਜੀ। ਉਹ ਪਹਿਲਾਂ ਆਪਾਂ ਨੂੰ ਘਰੋਂ ਤੁਰਨ ਤੋਂ ਪਹਿਲਾਂ ਨਕਸ਼ਾ ਨਹੀਂ ਦੇਖ ਲੈਣਾ ਚਾਹੀਦਾ, ਜਿੱਥੇ ਨੁਕਸ ਹੈ ਨਹੀਂ ਬਈ ਉੱਥੇ ਹੀ ਚੁਣੀ ਚੱਲੀਏ, ਐਵੇਂ ਕਿਤੇ ਗਲਤ ਜਗ੍ਹਾ ਨਾ ਫਸ ਜਾਈਏ ਜਾ ਕੇ। ਸੋ ਨੁਕਸ ਰਹਿਤ ਕੋਈ ਜਗ੍ਹਾ ਹੈ ਨਹੀਂ, ਸੰਸਾਰ ਸਾਰਾ ਅਸੀਂ ਵੀ ਗਾਇਆ ਹੋਇਆ, ਦੇਖਿਆ ਹੋਇਆ, ਸਾਰੀ ਜਗ੍ਹਾ ਨੁਕਸ ਹੋਣਗੇ, ਜਿੱਥੇ ਆਪਣੇ ਨੁਕਸ ਠੀਕ ਕਰ ਲਈਏ ਉਹ ਜਗ੍ਹਾ ਵਧੀਆ ਹੁੰਦੀ ਹੈ। ਜੀ ਜੌਲ ਸਾਹਿਬ, ਥੈਂਕ ਯੂ ਸੋ ਮਚ ਫॉर योर टाइम। ਐਂਡ ਤੁਸੀਂ ਕੋਈ ਵੀ ਜੌਲ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਇਹਨਾਂ ਦੇ WhatsApp ਗਰੁੱਪ ਦੇ ਵਿੱਚ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 4168953784 4168953784 ਜੌਲ ਸਾਹਿਬ ਦੇ ਨਾਲ ਐਨੀ ਟਾਈਮ ਕੋਈ ਪਰਸਨਲ ਗੱਲ, ਕੋਈ ਵੀ ਇਮੀਗ੍ਰੇਸ਼ਨ ਦੀ, ਜੇ ਤੁਹਾਡੇ ਕੋਲ ਕੋਈ ਪ੍ਰੋਬਲਮ ਹੈ, ਕੇਸ ਹੈ, ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ, ਜੌਲ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਇਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਟੂ ਅਪ ਟੂ ਡੇਟ ਨਿਊਜ਼ ਦੇ ਵਾਸਤੇ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜਸਪਾਲ, ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।